ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 15ਵੀਂ ਤੇ ਪਦ 8ਵਾਂ ਵਿਚਾਰ ਜਾ ਰਹੇ ਹਾਂ। ਜਿਵੇਂ ਅਕਸਰ ਬੇਨਤੀ ਕਰਦੇ ਹਾਂ ਕਿ ਕੋਈ ਵੀ ਪ੍ਰਾਣੀ ਇੰਨਾ ਵਿਵੇਕ ਬੁੱਧ ਵਾਲਾ ਨਹੀਂ ਹੈ, ਇੰਨਾ ਸਿਆਣਾ ਨਹੀਂ ਹੈ ਜਿਹੜਾ ਗੁਰੂ ਦੀਆਂ ਰਮਜ਼ਾਂ ਨੂੰ ਪੂਰੀ ਤਰ੍ਹਾਂ ਸਮਝ ਸਕੇ। ਜਿੰਨੇ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ, ਮਿਹਰ ਕਰਦੇ ਹਨ, ਉਨਾ ਹੀ ਪ੍ਰਾਣੀ ਵਿਚਾਰ ਕਰ ਸਕਦਾ ਹੈ, ਬੋਲ ਸਕਦਾ ਹੈ, ਸੁਣ ਸਕਦਾ ਹੈ। ਸੱਚੇ ਪਾਤਸ਼ਾਹ ਨੇ ਸੁਖਮਨੀ ਸਾਹਿਬ ਦੇ ਵਿੱਚ 24 ਅਸ਼ਟਪਦੀਆਂ, ਇੱਕ ਅਸ਼ਟਪਦੀ ਦੇ 8 ਭਾਗ ਜਾਣੀ 8 ਪਦ, 24,000 ਅੱਖਰ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸਦੀਵੀ ਨੂੰ ਕਾਲ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਪ੍ਰਾਣੀ ਨੂੰ ਹਮੇਸ਼ਾ ਦੇ ਲਈ ਅਮਰ ਹੋਣ ਦੀ ਇੱਕ ਬਹੁਤ ਹੀ ਵਧੀਆ ਵਿਧੀ ਸਮਝਾਈ ਹੈ। ਸੱਚੇ ਪਾਤਸ਼ਾਹ ਨੇ ਇਨਸਾਨ ਨੂੰ ਅਮਰ ਹੋਣ ਦੀ ਬਹੁਤ ਹੀ ਵਧੀਆ ਵਿਧੀ ਸਮਝਾਈ ਹੈ। ਸਮਾਂ ਮੁੱਕਣ ਵਾਲਾ ਹੈ। ਜਿੰਨਾ ਵੀ ਲੰਬਾ ਸਮਾਂ ਹੋਵੇ, ਇੱਕ ਨਾ ਇੱਕ ਦਿਨ ਮੁੱਕ ਜਾਂਦਾ ਹੈ। ਇਨਸਾਨ ਬਿਲਕੁਲ ਸਮੇਂ ਦੀ ਤਰ੍ਹਾਂ ਹੈ, ਮੁੱਕਣ ਵਾਲਾ ਹੈ। ਮੁੱਕਣ ਵਾਲੇ ਨੂੰ ਨਾ ਮੁੱਕਣ ਵਾਲੇ ਪ੍ਰਭੂ ਦੇ ਨਾਲ ਜੋੜਨ ਦੇ ਲਈ ਸੱਚੇ ਪਾਤਸ਼ਾਹ ਨੇ ਮਹਾਨ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ ਕਿ ਤੂੰ ਆਪਣੀ ਜ਼ਿੰਮੇਵਾਰੀ ਨਿਭਾ। ਸਵਾਸ ਸਵਾਸ ਦੇ ਨਾਲ ਆਪਣੇ ਪ੍ਰੀਤਮ ਪਿਆਰੇ ਨੂੰ, ਆਪਣੇ ਰਚਨਹਾਰੇ ਨੂੰ ਯਾਦ ਰੱਖ, ਉਹਦਾ ਧੰਨਵਾਦ ਕਰ। ਤੇਰੇ ਵਿੱਚ ਹੀ ਉਹ ਵਸ ਰਿਹਾ ਹੈ। ਤੈਨੂੰ ਆਪਣੀ ਮੈਂ ਨੂੰ ਕੁਰਬਾਨ ਕਰਨ ਦੀ ਲੋੜ ਹੈ। ਮੈਂ ਛੱਡ ਕੇ ਤੂੰ ਨੂੰ ਪ੍ਰਵਾਨ ਕਰ ਲੈ। ਮੈਂ ਦਾ ਸ਼ੋਰ ਛੱਡ ਦੇ। ਤੂੰ ਹੀ ਨੂੰ ਮੋਹ ਜਾ। ਇਹ ਦਸਤੂਰ ਬਣਾ ਲੈ ਪਿਆਰਿਆ ਉਹਨੂੰ ਮਿਲਣ ਦਾ। ਤੇਰਾ ਡਰ, ਤੇਰੀ ਭੈ ਹਮੇਸ਼ਾ ਦੇ ਲਈ ਖਤਮ ਹੋ ਜਾਣਗੇ। ਤੂੰ ਬਿਲਕੁਲ ਉਹਦਾ ਰੂਪ ਬਣ ਜਾਵੇਗਾ। ਸੱਚੇ ਪਾਤਸ਼ਾਹ ਨੇ ਸੁਖਮਨੀ ਸਾਹਿਬ ਦੇ ਵਿੱਚ ਪ੍ਰਭੂ ਦੀ ਬੇਅੰਤ ਪ੍ਰਸ਼ੰਸਾ ਕੀਤੀ ਹੈ। ਅਕਾਲ ਪੁਰਖ ਨੂੰ ਗਾਇਨ ਕੀਤਾ ਹੈ, ਉਹਦੀ ਮਹਿਮਾ ਗਾਈ ਹੈ। ਬੇਅੰਤ ਨੂੰ ਸਲਾਹਿਆ ਹੈ। ਨਾਲ ਹੀ ਉਹਨੂੰ ਜਪਣ ਵਾਲੇ, ਉਹਦੇ ਪ੍ਰੇਮੀ, ਉਹਦੇ ਸੇਵਕ, ਉਹਦੇ ਜਨਾਂ ਨੂੰ ਵੀ ਉਹਦੇ ਬਰਾਬਰ ਉਹਦਾ ਰੂਪ ਕਰਕੇ ਦਰਸਾਇਆ ਹੈ। ਪਿਆਰੇ ਤੇ ਪਿਆਰ ਕਰਨ ਵਾਲੇ ਦਾ ਸੁਮੇਲ ਸਾਜਿਆ ਹੈ। ਦੋਨਾਂ ਨੂੰ ਸੱਚੇ ਪਾਤਸ਼ਾਹ ਨੇ ਇੱਕ ਕਰ ਦਿੱਤਾ। ਪਿਆਰ ਕਰਨ ਵਾਲੇ ਨੂੰ ਪਿਆਰ ਦੇ ਵਿੱਚ ਹੀ ਸਮੋ ਦਿੱਤਾ। ਮਹਾਨਤਾ ਹੈ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ। ਨਾਲ ਹੀ ਉਹਨਾਂ ਨੇ ਮਾਇਆ, ਕਲਯੁਗ, ਪਦਾਰਥ, ਚੁਗਲੀ ਨਿੰਦਿਆ ਕਰਨ ਵਾਲਿਆਂ ਨੂੰ ਉਹਨਾਂ ਦੀ ਢੁਕਵੀਂ ਥਾਂ ਦਰਸਾਈ ਹੈ ਕਿ ਤੁਸੀਂ ਦੁਨੀਆ ਨੂੰ ਪ੍ਰਸੰਨ ਕਰਨ ਦੇ ਲਈ ਉਹਦੇ ਭਗਤਾਂ ਨੂੰ ਜਲੀਲ ਕਰਦੇ ਹੋ। ਤੁਹਾਡਾ ਜੀਣਾ ਤੇ ਨਾ ਜੀਣਾ ਇੱਕ ਬਰਾਬਰ ਹੈ। ਇਸ ਪਦ ਦੇ ਵਿੱਚ ਸੱਚੇ ਪਾਤਸ਼ਾਹ ਨੇ ਪ੍ਰਭੂ ਦੀ ਮਹਿਮਾ
ਪ੍ਰਭੂ ਦਾ ਗੁਣ ਗਾਇਨ ਬਹੁਤ ਹੀ ਪਿਆਰੇ ਤਰੀਕੇ ਦੇ ਨਾਲ ਕੀਤਾ ਹੈ ਕਿ ਜਿਹਨੂੰ ਉਹਦੀ ਸਮਝ ਪੈ ਜਾਂਦੀ ਹੈ, ਜਿਹਨੂੰ ਉਹਦਾ ਅੰਤਰ ਗਿਆਨ ਹੋ ਜਾਂਦਾ ਹੈ, ਉਹ ਟਿਕਾ ਦੇ ਵਿੱਚ ਆ ਜਾਂਦਾ ਹੈ। ਬਹੁਤ ਐਨਰਜੀ ਹੈ ਮਿਰਗ ਦੇ ਸਿਰ ਦੇ ਅੰਦਰ, ਕਸਤੂਰੀ ਦੀ, ਉਹਦੀ ਵਾਸ਼ਨਾ ਦੀ, ਉਹਨੂੰ ਬੇਅਥਾਹ ਸ਼ਕਤੀ ਦਿੰਦੀ ਹੈ। ਮਿਰਗ ਟੱਪਦਾ ਹੈ, ਮਿਰਗ ਨੱਚਦਾ ਹੈ, ਛਲਾਂਗਾ ਲਾਉਂਦਾ ਹੈ ਉਸ ਮਹਾਨ ਸ਼ਕਤੀ ਨੂੰ ਢੂੰਡਣ ਦੀ। ਸ਼ਕਤੀ ਉਹਦੇ ਸਿਰ ਦੇ ਵਿੱਚ ਹੈ, ਪਰ ਬੇਸਮਝ ਜਾਨਵਰ ਜਾਣ ਨਹੀਂ ਸਕਦਾ। ਜਦੋਂ ਉਹਨੂੰ ਪ੍ਰਾਪਤ ਹੁੰਦੀ ਹੈ ਤਾਂ ਅਕਾਲ ਪੁਰਖ ਦੀ ਸਮਝ ਦੇ ਨਾਲ ਉਹ ਜਾਣ ਲੈਂਦਾ ਹੈ, ਟਿਕ ਜਾਂਦਾ ਹੈ ਸਬਰ ਸੰਤੋਖ ਦੇ ਵਿੱਚ। ਇਸੇ ਤਰ੍ਹਾਂ ਪ੍ਰਾਣੀ ਪ੍ਰਭੂ ਦਾ ਸਾਥੀ, ਪ੍ਰਭੂ ਦਾ ਦੋਸਤ, ਇੱਕੋ ਥਾਂ ਉੱਤੇ ਰਹਿੰਦੇ ਹੋਏ ਵੀ ਪ੍ਰਾਣੀ ਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਇਕੱਲਾ ਹਾਂ ਜਾਂ ਮੇਰਾ ਰਚਣਹਾਰਾ ਮੇਰੇ ਨਾਲ ਹੈ। ਹਰ ਛਿਨ ਹਰ ਪਲ ਉਹਦਾ ਸਾਥ ਉਹਦੇ ਨਾਲ ਹੀ ਰਹਿੰਦਾ ਹੈ। ਪ੍ਰੀਤਮ ਪਿਆਰਾ ਜਦੋਂ ਕੋਲ ਹੁੰਦੇ ਹੋਏ ਆਪਣੇ ਪਿਆਰ ਕਰਨ ਵਾਲੇ ਨੂੰ ਅਹਿਸਾਸ ਨਹੀਂ ਦਿਲਾ ਸਕਦਾ ਤਾਂ ਪ੍ਰਭੂ ਨੂੰ ਦੁੱਖ ਹੁੰਦਾ ਹੈ ਕਿ ਭਗਤ ਨਹੀਂ ਸਮਝਦਾ। ਮਾਇਆ ਦੀ ਖਿੱਚ ਬਾਹਰ ਬੈਠੀ ਹੋਈ ਦੀ, ਮਾਇਆ ਅੰਦਰ ਨਹੀਂ ਬਸਦੀ। ਮਾਇਆ ਦਾ ਆਤਮਾ ਦੇ ਨੇੜੇ ਕੋਈ ਠਿਕਾਣਾ ਨਹੀਂ ਹੈ। ਮਾਇਆ ਦੁਨੀਆ ਦੇ ਵਿੱਚ ਬਸਦੀ ਹੈ, ਲੋਕਾਂ ਦੇ ਵਿੱਚ ਬਸਦੀ ਹੈ, ਅਵਸ਼ ਹੀ ਸਰੀਰ ਤੋਂ ਬਾਹਰ ਉਹਦਾ ਟਿਕਾਣਾ ਹੈ। ਪਰ ਕਿਉਂਕਿ ਚਲਾਕ ਹੈ, ਫਰੇਬੀ ਹੈ, ਛਲ ਕਰਨ ਵਾਲੀ ਹੈ, ਉਹ ਬਾਹਰ ਬੈਠੀ ਹੀ ਆਦਮੀ ਦੇ, ਇਨਸਾਨ ਦੇ ਮਨ ਨੂੰ ਭਰਮਾ ਲੈਂਦੀ ਹੈ, ਆਪਣੇ ਮਗਰ ਲਗਾ ਲੈਂਦੀ ਹੈ। ਵਿਚਾਰਾ ਭੋਲਾ ਮਿਸਟਰ ਹਿਊਮਨ ਬੀਇੰਗ ਬਿਨਾਂ ਸੋਚੇ ਮਾਇਆ ਦੇ ਪਿੱਛੇ ਲੱਗ ਜਾਂਦਾ ਹੈ। ਨਾਲ ਰਹਿੰਦਾ, ਨਾਲ ਬੈਠਦਾ ਪ੍ਰਭੂ ਦੁੱਖ ਦੇ ਵਿੱਚ ਆਪਣੇ ਭਗਤ ਦੀ ਸੈਪਰੇਸ਼ਨ ਝੱਲ ਨਹੀਂ ਸਕਦਾ। ਪਰ ਕੀ ਕਰੇ, ਉਹਨੇ ਉਹਨੂੰ ਪ੍ਰਭੂ ਸੱਤਾ ਦਿੱਤੀ ਹੈ, ਪ੍ਰਾਣੀ ਨੂੰ ਪ੍ਰਭੂ ਸੱਤਾ ਦਿੱਤੀ ਹੈ ਜੀਣ ਦੇ ਲਈ ਕਿ ਆਪਣੀ ਮਰਜ਼ੀ ਨਾਲ ਜੀ, ਚੰਗੇ ਮਾੜੇ ਦੀ ਪਹਿਚਾਣ ਕਰ। ਦੂਸਰੇ ਪਾਸੇ ਉਹਨੂੰ ਪਿੱਛੇ ਲਗਾਉਣ ਵਾਲੀ ਮਾਇਆ ਨੂੰ ਵੀ ਪ੍ਰਭੂ ਸੱਤਾ ਦਿੱਤੀ ਹੈ ਕਿ ਤੂੰ ਦੁਨੀਆ ਨੂੰ ਬਰਾਗ ਦੇ ਵਿੱਚ ਨਾ ਜਾਣ ਦੇ, ਤੂੰ ਆਪਣਾ ਨਿਰਤ ਕਰ ਸੁਤੰਤਰਤਾ ਦੇ ਨਾਲ, ਮਨਮਾਨੀ ਦੇ ਨਾਲ। ਤੂੰ ਮਰਜ਼ੀ ਦੀ ਮਾਲਕ ਬਣ ਕੇ ਦੁਨੀਆ ਨੂੰ ਪ੍ਰਸੰਨ ਕਰ। ਦੋਨਾਂ ਦੀਆਂ ਤਾਲਾਂ ਰਲ ਜਾਂਦੀਆਂ ਹਨ, ਪ੍ਰਾਣੀ ਤੇ ਮਾਇਆ ਦੀਆਂ। ਪ੍ਰਭੂ ਵਿਸਰ ਜਾਂਦਾ ਹੈ। ਸੱਚੇ ਪਾਤਸ਼ਾਹ ਨੇ ਉਹਨਾਂ ਦੀਆਂ ਜਿਨ੍ਹਾਂ ਦੀਆਂ ਤਾਰਾਂ ਅਕਾਲ ਨਾਲ ਜੁੜੀਆਂ ਰਹਿੰਦੀਆਂ ਹਨ,
ਉਹਨਾਂ ਬਾਰੇ ਸਾਨੂੰ ਸਮਝਾਇਆ ਹੈ। ਕਿਸ ਤਰ੍ਹਾਂ ਦੀ ਦੁਨੀਆ ਉਹਨਾਂ ਪਿਆਰਿਆਂ ਦੀ, ਕਿਸ ਤਰ੍ਹਾਂ ਦਾ ਸੰਸਾਰ ਹੈ ਉਹਨਾਂ ਦੁਲਾਰਿਆਂ ਦਾ, ਕਿਹੜੇ ਦੇਸ਼ ਵਿੱਚ ਰਹਿੰਦੇ ਨੇ ਉਹ ਸਤਿਕਾਰੇ ਹੋਏ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ। ਜਾ ਕੋ ਮਨ ਗੁਰ ਕੀ ਪ੍ਰਤੀਤ, ਜਿਹਨੂੰ ਕਿਸੇ ਨੂੰ ਸਮਝ ਲੱਗ ਜਾਂਦੀ ਹੈ, ਉਸ ਪ੍ਰੀਤਮ ਪਿਆਰੇ ਦੀ ਅਕਲ ਆ ਜਾਂਦੀ ਹੈ, ਉਹਦੇ ਉੱਤੇ ਭਰੋਸਾ ਵੱਧ ਜਾਂਦਾ ਹੈ, ਉਹ ਇਨਸਾਨ ਸੁਆਮੀ ਨੂੰ ਹਮੇਸ਼ਾ ਹੀ ਦਿਲ ਦੇ ਵਿੱਚ ਰੱਖਦਾ ਹੈ। ਜਾ ਕੈ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ। ਕਿਹਨੂੰ ਯਾਦ ਕਰੇਗਾ ਉਹਨੂੰ ਛੱਡ ਕੇ? ਸਾਰੇ ਘੁੰਮ ਕੇ ਉਹਨੇ ਦੇਖ ਲਿਆ ਕਿ ਇਸ ਤਰ੍ਹਾਂ ਦੀ ਸ਼ਾਂਤੀ, ਇਸ ਤਰ੍ਹਾਂ ਦਾ ਮਹਾ ਆਨੰਦ ਕਿਤੇ ਵੀ ਨਹੀਂ ਮਿਲਦਾ। ਸਰੂਰ ਆਨੰਦ ਲੀਨਤਾ ਐਸੀ ਹੈ ਕਿ ਬਿਆਨੀ ਨਹੀਂ ਜਾ ਸਕਦੀ। ਫੋਕੀ ਮੈਂ ਧੋਖੇ ਵਾਲੀ ਬੱਲੇ ਬੱਲੇ, ਦੁਨੀਆ ਦੀ ਕੱਚੀ ਚਮਕ ਦਮਕ, ਪੁਰਾਣੀ ਅਵਸ਼ ਹੀ ਭੁੱਲ ਜਾਂਦਾ ਹੈ ਜਦੋਂ ਪ੍ਰਭੂ ਦੇ ਨਾਲ ਮਿਲਾਪ ਹੁੰਦਾ ਹੈ। ਭਾਗਤ ਭਾਗਤ ਸੁਣੀਐ ਤਹਿ ਲੋਏ, ਤਿੰਨ ਜਹਾਨਾਂ ਦੇ ਵਿੱਚ ਉਹਦੀ ਨਿਮਰਤਾ, ਉਹਦੇ ਪਿਆਰ ਦੀ ਚਰਚਾ ਹੁੰਦੀ ਹੈ। ਭਗਤ ਦੀ, ਭਗਤ ਕਬੀਰ ਕਬੀਰ ਕਬੀਰ, ਭਗਤ ਨਾਮਦੇਵ ਨਾਮਦੇਵ ਨਾਮਦੇਵ। ਭਗਤ ਨੂੰ ਜਦੋਂ ਪਿਆਰਾ ਗਲਵੱਖੜੀ ਵਿੱਚ ਲੈ ਲੈਂਦਾ ਹੈ ਤਾਂ ਉਹਦੀ ਜਾਣ ਪਹਿਚਾਣ ਤਮਾਮ ਦੁਨੀਆ ਦੇ ਭਗਤਾਂ ਦੇ ਨਾਲ ਕਰਵਾਉਂਦਾ ਹੈ। ਰਚਣਹਾਰਾ ਆਪਣੀ ਰਚਨਾ ਨੂੰ ਨਾਲ ਲੈ ਕੇ ਪ੍ਰਸੰਨ ਹੁੰਦਾ ਹੈ ਅਲਾਹੀ ਜਗਤ ਦੇ ਵਿੱਚ। ਭਗਤ ਭਗਤ ਸੁਣੀਐ ਤਹਿ ਲੋਏ, ਜਾ ਕੈ ਹਿਰਦੈ ਏਕੋ ਹੋਏ। ਇੱਕ ਦੇ ਨਾਲ ਉਹਦਾ ਦਿਲ ਜੁੜ ਜਾਂਦਾ ਹੈ, ਇੱਕੋ ਹੀ ਉਹਦੇ ਅੰਦਰ ਵੱਸਦਾ ਹੈ। ਆਪ ਦਾ ਨਾਂ ਨਿਸ਼ਾਨ ਭੁੱਲ ਜਾਂਦਾ ਹੈ, ਉਹਨੂੰ ਆਪਣਾ ਆਪ ਭੁੱਲ ਜਾਂਦਾ ਹੈ। ਪ੍ਰਭੂ ਹੀ ਨਜ਼ਰ ਆਉਂਦਾ ਹੈ ਬਾਹਰ ਤੇ ਅੰਦਰ। ਮਹਾ ਸ਼ਕਤੀ ਪ੍ਰਾਪਤ ਕਰ ਲੈਂਦਾ ਹੈ। ਦੁਨੀਆ ਝੂਠੀ ਹੈ, ਝੂਠਾ ਸੰਸਾਰ ਹੈ, ਝੂਠੇ ਵਾਅਦੇ ਹਨ, ਝੂਠੀਆਂ ਬਾਤਾਂ ਹਨ, ਝੂਠਾ ਪਿਆਰ ਹੈ। ਇਹ ਮਰ ਜਾਣੀ ਦੁਨੀਆ ਦਾ। ਦੂਸਰੇ ਪਾਸੇ ਸੱਚ ਦੀ ਸੁਗੰਧ ਵਿਅਕਤੀ ਨੂੰ ਕਮਲਾ ਬਣਾ ਦਿੰਦੀ ਹੈ, ਦੀਵਾਨਾ ਬਣਾ ਦਿੰਦੀ ਹੈ, ਪਰਵਾਨਾ ਬਣਾ ਦਿੰਦੀ ਹੈ। ਜਦੋਂ ਸ਼ਬਾ ਦੇ ਉੱਤੇ ਬਲਿਹਾਰਿਆ ਜਾਂਦਾ ਹੈ ਤਾਂ ਸ਼ੁੱਧ ਸੋਨੇ ਦੀ ਤਰ੍ਹਾਂ ਪ੍ਰਭੂ ਦੀ ਬੁੱਕਲ ਦੇ ਵਿੱਚ ਬੈਠਾ ਇਨਸਾਨ ਮਾਇਆ ਨੂੰ ਪਹਿਚਾਣ ਜਾਂਦਾ ਹੈ। ਸੱਚ ਦੇ ਪਿੱਛੇ, ਸੱਚ ਦੇ ਨਾਲ ਕੁਰਬਾਨ ਹੋਣਾ ਸਿੱਖ ਲੈਂਦਾ ਹੈ। ਸੱਚ ਕਰਦੀ, ਸੱਚ ਤਾਂ ਕੀ ਰਾਹਤ,
ਉਹਦੀ ਕਿਰਤ, ਉਹਦਾ ਕੰਮ ਸੱਚ ਬਣ ਜਾਂਦਾ ਹੈ। ਝੂਠ ਦਾ ਪਤਾ ਚੱਲ ਜਾਂਦਾ ਹੈ, ਉਹਦੀ ਪਹਿਚਾਣ ਆ ਜਾਂਦੀ ਹੈ ਤੇ ਉਹਦੀ ਰਹਿਤ ਬਹਿਤ ਸੱਚ ਹੀ ਬਣ ਜਾਂਦੀ ਹੈ। ਉਹਦਾ ਜੀਵਨ ਮਾਰਗ ਸੱਚ ਬਣ ਜਾਂਦਾ ਹੈ। ਝੂਠ ਦੇ ਵਿੱਚ ਸੱਚ ਇਸ ਤਰ੍ਹਾਂ ਚਮਕਦਾ ਹੈ ਜਿਵੇਂ ਹਨੇਰੀ ਰਾਤ ਦੇ ਵਿੱਚ ਦੀਪਕ। ਸੱਚ ਹਿਰਦੈ ਸਤ ਮੁਖ ਕਹਿਤ। ਮਨ ਵੀ ਉਹਦਾ ਸੱਚਾ ਬਣ ਜਾਂਦਾ ਹੈ। ਜਿਹੜਾ ਬਚਨ ਪ੍ਰਵਚਨ ਉਹਦੇ ਮੁਖ ਵਿੱਚੋਂ ਨਿਕਲਦਾ ਹੈ ਉਹ ਵੀ ਅਤ ਸੱਚਾ ਹੈ, ਸ਼ੁੱਧ ਹੈ, ਪਾਕ ਹੈ। ਉਹਦਾ ਮਨ ਹੀ ਸੱਚਾ ਬਣ ਜਾਂਦਾ ਹੈ, ਉਹਦਾ ਮੁਖ ਵੀ ਸੱਚਾ ਬਣ ਜਾਂਦਾ ਹੈ, ਉਹਦੇ ਬੋਲ ਵੀ ਸੱਚੇ ਘੜੇ ਜਾਂਦੇ ਹਨ। ਸੱਚ ਕਰਨੀ ਸੱਚ ਤਾਂ ਕੀ ਰਹਿਤ। ਸੱਚ ਹਿਰਦੈ ਸਤ ਮੁਖ ਕਹਿਤ। ਮਨ ਸੱਚਾ, ਮੁਖੜੇ ਤੋਂ ਬੋਲਣਾ ਸੱਚਾ, ਸਰੀਰ ਸੱਚਾ, ਸੱਚੇ ਦੇ ਨਾਲ ਦੋਸਤੀ, ਸੱਚੇ ਦੇ ਨਾਲ ਰਲ ਕੇ ਸੱਚਾ ਹੀ ਬਣ ਗਿਆ। ਸੱਚੀ ਨਜ਼ਰ, ਸਰੀਰ ਵੀ ਸੱਚਾ, ਸਾਚੀ ਦ੍ਰਿਸ਼ਟ, ਸਾਚਾ ਆਕਾਰ। ਸੱਚੀ ਨਜ਼ਰ ਤੇ ਸੱਚਾ ਸਰੂਪ, ਭਗਤ ਦਾ, ਜਨ ਦਾ, ਦਾਸ ਦਾ, ਸੇਵਕ ਦਾ। ਪ੍ਰੀਤਮ ਪਿਆਰੇ ਨੇ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਭੋਰਾ ਜਿੰਨਾ ਵੀ ਭੇਦ ਨਹੀਂ ਰੱਖਿਆ। ਅਕਾਲ ਦੇ ਵਿੱਚ ਤੇ ਉਹਨੂੰ ਧਿਆਉਣ ਵਾਲੇ ਦੇ ਵਿੱਚ, ਪਰਮਾਤਮਾ ਦੇ ਵਿੱਚ ਤੇ ਇਨਸਾਨ ਦੀ ਆਤਮਾ ਦੇ ਵਿੱਚ, ਦੋਨੇ ਇੱਕ ਦੂਜੇ ਦਾ ਰੂਪ ਹਨ। ਪਰਮਾਤਮਾ ਨੇ ਆਤਮਾ ਨੂੰ ਸਾਜਿਆ ਹੈ। ਆਤਮਾ ਨੇ ਭੁੱਲ ਕਰਕੇ ਮਾਇਆ ਦੇ ਨਾਲ ਜੁੜਿਆ, ਪ੍ਰਾਣੀ ਮੋੜ ਨਹੀਂ ਸਕਿਆ। ਪ੍ਰਭੂ ਦੀ ਮਿਹਰ ਦੇ ਨਾਲ ਜਦੋਂ ਪੰਜਾਂ ਤੱਤਾਂ ਦਾ ਬਣਿਆ ਮਨੁੱਖ ਪਿੱਛੇ ਮੁੜਿਆ ਤਾਂ ਆਤਮਾ ਪ੍ਰਸੰਨ ਹੋ ਗਈ। ਸਾਚੀ ਦ੍ਰਿਸ਼ਟ, ਸਾਚਾ ਆਕਾਰ, ਆਕਾਰ ਸਰੀਰ, ਬੋਡੀ, ਹਿਊਮਨ ਬੋਡੀ, ਉਹਦੀ ਨਜ਼ਰ ਵੀ ਸੱਚੀ ਤੇ ਉਹਦਾ ਸਰੀਰ ਵੀ ਸੱਚਾ। ਸੱਚ ਵਰਤੈ ਸਾਚਾ ਪਸਾਰ। ਉਹ ਸੱਚ ਵਰਤਾਉਂਦਾ ਹੈ ਤੇ ਸੱਚ ਹੀ ਫੈਲਾਉਂਦਾ ਹੈ। ਦੁਨੀਆ ਦੇ ਵਿੱਚ ਝੂਠ ਦੀ ਮੰਡੀ 'ਚੋਂ ਬਾਹਰ ਨਿਕਲ ਜਾਂਦਾ ਹੈ। ਝੂਠੀਆਂ ਸਿਫਤਾਂ ਨਹੀਂ ਕਰਦਾ। ਕੋਈ ਸ਼ੇਖੀ ਮਾਰਨ ਦੀ ਉਹਨੂੰ ਲੋੜ ਨਹੀਂ ਹੈ। ਇੱਕ ਝੂਠ ਦੇ ਪਿੱਛੇ 100 ਝੂਠ ਬੋਲਣਾ ਉਹਨੂੰ ਭੁੱਲ ਗਿਆ। ਉਹਨੂੰ ਗੁਰੂ ਨਾਨਕ ਦੇ ਘਰੋਂ ਸੱਚ ਦੀ ਪ੍ਰਾਪਤੀ ਹੋ ਗਈ। ਸੱਚ ਦਾ ਚਾਨਣ ਦਿਸ ਪਿਆ। ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ। ਪਾਰ ਬ੍ਰਹਮ, ਦੁਨੀਆ ਨੂੰ ਰਚਣ ਵਾਲਾ ਪਰਮੇਸ਼ਰ, ਉਹਨੇ ਐਕਸੈਪਟ ਕਰ ਲਿਆ ਕਿ ਇਹੀ ਸੱਚ ਹੈ। ਸਭ ਤੋਂ ਮਹਾਨ ਸੱਚ ਧਰਤੀ ਉੱਤੇ ਪਰਮੇਸ਼ਰ ਹੀ ਹੈ।
ਉਹਨੇ ਜਾਣ ਲਿਆ। ਉਹਨੂੰ ਗੁਰੂ ਨਾਨਕ ਸਾਹਿਬ ਦੇ ਕਹੇ ਹੋਏ ਸ਼ਬਦ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ, ਪ੍ਰਭੂ ਦੇ ਚਰਿੱਤਰ ਦੀ ਸਮਝ ਆ ਗਈ। ਨਿਰਆਕਾਰ ਨੂੰ ਆਕਾਰ ਨੇ ਸਮਝ ਲਿਆ। ਆਕਾਰ ਨਿਰਆਕਾਰ ਦਾ ਸਰੂਪ ਬਣ ਗਿਆ। ਸੱਚ ਦੀ ਸਮਝ ਆ ਗਈ। ਜੁਗਤ ਜਾਂਚ ਲਈ ਤੇ ਆਪ ਸੱਚ ਦੇ ਵਿੱਚ ਸਮੋ ਗਿਆ। ਸੱਚ ਦਾ ਹੀ ਰੂਪ ਬਣ ਗਿਆ। ਅਕਾਲ ਦੀ ਕਿਰਪਾ ਦੇ ਨਾਲ ਅਕਾਲ ਹੀ ਬਣ ਗਿਆ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਇਨਸਾਨ ਨੂੰ ਪਰਮਾਤਮਾ ਦੇ ਨਾਲ ਸੁਮੇਲਣ, ਉਹਦਾ ਰੂਪ ਬਣਨ ਦਾ ਤਰੀਕਾ ਸਮਝਾਇਆ ਹੈ। ਐਗਜ਼ਾਮਪਲ ਦਿੱਤੀ ਹੈ। ਜਿਹਨੇ ਉਹਨੂੰ ਪਾ ਲਿਆ, ਜਿਹਨੂੰ ਰਸਤੇ ਦਾ ਪਤਾ ਹੈ, ਭਗਤ ਨੂੰ, ਪ੍ਰਭੂ ਦੇ ਸੇਵਕ ਨੂੰ, ਪ੍ਰਭੂ ਦੇ ਗੁਲਾਮ ਨੂੰ, ਜਾਣਨ ਵਾਲੇ ਨੂੰ। ਜਿਹਨੂੰ ਨਹੀਂ ਪਤਾ ਉਹਨੂੰ ਰੌਸ਼ਨੀ ਮਿਲ ਗਈ। ਰਾਹੀ ਨੇ ਦੂਸਰੇ ਰਾਹੀ ਨੂੰ ਸਮਝਾ ਦਿੱਤਾ ਕਿ ਰਾਹ ਕਿੱਧਰ ਨੂੰ ਜਾਂਦਾ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਇਨਸਾਨ ਦੇ ਵਿੱਚ ਛੁਪੇ ਹੋਏ ਸੱਚ ਨੂੰ ਲੱਭਣ ਦੇ ਲਈ ਉਹਦੇ ਵਿੱਚ ਬਲੋਇਆ ਜਾਣਾ ਸਮਝਾਇਆ ਹੈ। ਆਪ ਦੀ ਮੈਂ ਨੂੰ ਪਿੱਛੇ ਹਟਾ ਕੇ ਦੁਨੀਆ ਦੇ ਵਿੱਚ ਟੈਕਨੋਲੋਜੀ ਆਫ ਗੁਰੂ ਨਾਨਕ, ਥਿਓਰੀ ਆਫ ਟਰੁੱਥ, ਕਿਸੇ ਵਿਅਕਤੀ ਦੀ ਪੂਜਾ ਨਹੀਂ, ਕਿਸੇ ਸਰੀਰ ਨੂੰ ਉਭਾਰਦਾ ਨਹੀਂ। ਸਰੀਰ ਕਦੇ ਵੀ ਕਪਟ ਦੇ ਵਿੱਚ ਛਲਿਆ ਜਾ ਸਕਦਾ ਹੈ। ਪੰਜ ਤੱਤਾਂ ਦੇ ਵਿੱਚ ਕਦੇ ਵੀ ਕੋਈ ਤੱਤ ਭਾਰੂ ਹੋ ਸਕਦਾ ਹੈ। ਸਕ੍ਰਿਪਚਰ ਕਦੇ ਬਦਲ ਨਹੀਂ ਸਕਦਾ। ਬੇਸ਼ੱਕ ਪਿਛਲੇ ਸਮਿਆਂ ਦੇ ਵਿੱਚ ਇਹ ਸੰਭਵ ਸੀ ਕਿ ਸਕ੍ਰਿਪਚਰਾਂ ਦੇ ਵਿੱਚ, ਡਿਵਾਈਨ ਸਕ੍ਰਿਪਚਰਾਂ ਦੇ ਵਿੱਚ ਮਿਲਾਵਟ ਕੀਤੀ ਜਾਵੇ। ਕੋਸ਼ਿਸ਼ਾਂ ਵੀ ਕੀਤੀਆਂ ਗਈਆਂ, ਪਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾ ਪਵਿੱਤਰ ਅੰਮ੍ਰਿਤ ਦਾ ਸਾਗਰ, ਸੁਚਮ ਦਾ ਖਜ਼ਾਨਾ, ਉਹਨਾਂ ਪਖੰਡੀ ਲੋਕਾਂ ਦੀਆਂ ਚਾਲਾਂ ਤੋਂ ਪ੍ਰਭਾਵਿਤ ਨਹੀਂ ਹੋਏ। ਸੱਚੇ ਪਾਤਸ਼ਾਹ ਹਰ ਸਵਾਲ ਦਾ ਜਵਾਬ ਦੇਣ ਦੇ ਲਈ ਸਮਰੱਥ ਹਨ। ਦੁਨੀਆ ਦੀ ਹਰ ਫਿਲਾਸਫੀ ਦਾ ਜਵਾਬ ਦੇਣ ਦੇ ਲਈ ਸਮਰੱਥ ਹਨ। ਸਿਰਫ ਸਵਾਲ ਪੁੱਛਣ ਵਾਲੇ ਨੂੰ ਤਰੀਕੇ ਦਾ ਪਤਾ ਹੋਣਾ ਚਾਹੀਦਾ ਹੈ, ਜਿਹੜਾ ਕਿ ਧੰਨ ਧੰਨ ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਦੇ ਵਿੱਚ ਸਮਝਾ ਰਹੇ ਹਨ। ਸਾਨੂੰ ਦੱਸ ਰਹੇ ਹਨ ਕਿ ਪਿਆਰਿਆ, ਪਹਿਲਾਂ ਆਪਣੇ ਆਪ ਨੂੰ ਮਾਰ, ਆਪਣੀ ਮੈਂ ਨੂੰ ਖਤਮ ਕਰ, ਫਿਰ ਸਿੱਖੀ ਦੀ ਜਮਾਤ ਦੇ ਵਿੱਚ, ਪਹਿਲੀ ਜਮਾਤ ਦੇ ਵਿੱਚ ਦਾਖਲਾ ਲੈ। ਜਿੰਨੀ ਦੇਰ ਤੇਰੀ ਮੈਂ ਨਹੀਂ ਮਰਦੀ, ਤੈਨੂੰ ਅਕਲ ਨਹੀਂ ਆਉਣੀ ਸਿੱਖੀ ਦੀ।
ਕਿਉਂਕਿ ਅਕਲ ਸ਼ੁਰੂ ਹੀ ਮਰਨ ਤੋਂ ਹੁੰਦੀ ਹੈ। ਜੇ ਤਾਂ ਸਿੱਖਣਾ ਹੈ ਗੁਰੂ ਨਾਨਕ ਦਾ ਸਬਕ ਤਾਂ ਆਪਣੀ ਮੈਂ ਨੂੰ ਕੁਰਬਾਨ ਕਰ ਦੇ। ਝੂਠੀ ਮੈਂ ਨੂੰ ਕੀ ਲੈਣਾ ਇਸ ਮੈਂ ਤੋਂ ਜਿਹੜੀ ਮਾਇਆ ਦੇ ਪਿੱਛੇ ਲੱਗ ਗਈ, ਤੈਨੂੰ ਬਰਬਾਦੀ ਵੱਲ ਲੈ ਗਈ, ਤੈਨੂੰ ਪਿੱਛੇ ਦੇਖਣ ਨਹੀਂ ਦਿੱਤਾ, ਅੱਗੇ ਹੀ ਤੋਰੀ ਗਈ, ਅੱਗੇ ਹੀ ਤੋਰੀ ਗਈ। ਹੁਣ ਸਮਾਂ ਹੈ ਭੋਲਿਆ ਪੰਛੀਆ ਪਿਆਰੇ ਵੱਲ ਮੁੜਨ ਦਾ, ਉਹਦੀ ਕਿਰਪਾ ਲੈਣ ਦਾ, ਉਹਦੀ ਬਖਸ਼ਿਸ਼ ਲੈਣ ਦਾ। ਗੁਰੂ ਪਿਆਰਿਓ, ਇੱਕ ਵਾਰ ਆਪਾਂ ਇਸੇ ਪਦ ਨੂੰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਅੰਗਰੇਜ਼ੀ ਦੇ ਵਿੱਚ ਵਿਚਾਰ ਲਈਏ। ਜਾ ਕੇ ਮਨ ਗੁਰ ਕੀ ਪ੍ਰਤੀਤ, he whose heart has faith in the Guru, that man comes to meditate on Lord's name. ਭਗਤ ਭਗਤ ਸੁਨੀਏ ਤੈ ਲੋਏ, ਜਾਂ ਕੈ ਹਿਰਦੈ ਏਕੋ ਹੋਏ। That person is renowned as a saint and devotee in the three worlds, within whose mind is the unique Lord. There are three worlds. One is next one where we are going. We are going backward. The one we are in now, present. And one is the past we came from. All these three worlds are familiar with the saint. Like people get a pass, they can get any bus they want. It is a generic pass. They have to give the ride to the person who is approved for pass. Saint has permission to go anywhere saint want. The reason he already succeeded to accept Lord. He is the basically image of Lord. He is like Lord. He kept his heart open for him. He accepted his greatness, and God gave his blessing to him because he remembered him 24 hours, because he remembered him every breath, always, always. Now he is always, always, forever. सच करदी सच ताकि राहत. Such is doing of a saint, and true is his way of life. Sach hirday sat mukh kahat. In his mind is the truth, only truth, and the truth he utters from the mouth, from his mouth. Everywhere he is living in the truth, nothing other than the truth. Such, everywhere such. Sach kardi sach taaki rahat. His doing is the truth. His personality is the truth. His life is the truth. Sach hirday sat mukh kahat. True is his mind, and the truth he utters. Always what he said from his mouth is the truth. Everything he say, he utters, his body is the truth.
His look is truth. Say it. Lord's lover, Lord's slave, ਸਾਚੀ ਦ੍ਰਿਸ਼ਟ, ਸਾਚਾ ਆਕਾਰ. True is his vision, and true is his form, his body. ਸੱਚ ਵਰਤੈ ਸਾਚਾ ਪਸਾਰ. He distributes truth, and he spread truth. He is truth, and he is the server of truth. That he got from Lord, that he got from the blessing. ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ. He who recognizes the Supreme Lord, he who understood him as a great, truthful Lord, Nanak, that man get absorbed in the true being. He got the heaven, he blended himself with the Spirit. His identification is God. Now he is only truth, only truth. He became truth from untruth. ਗੁਰੂ ਪਿਆਰਿਓ, ਆਪਾਂ ਇੱਕ ਵਾਰ ਫਿਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਸੇ ਪਦ ਬਾਰੇ ਸੰਖੇਪ ਦੇ ਵਿੱਚ ਸੱਚ ਦੀ ਗੱਲ ਕਰੀਏ। ਪਰਮਾਤਮਾ ਸੱਚ ਹੈ, ਹੋਰ ਸਾਰਾ ਕੁਝ ਝੂਠ ਹੈ। ਮਰਨਾ ਸੱਚ ਹੈ, ਜੀਣਾ ਝੂਠ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਸ਼ਰਧਾਲੂ, ਮੂਲਾ ਖੱਤਰੀ, ਜੰਗ ਉਮਰ ਦੀ ਚੜ੍ਹਦੀ ਜਵਾਨੀ ਵਾਲਾ ਨੌਜਵਾਨ ਪ੍ਰਭਾਵਿਤ ਹੋ ਗਿਆ ਜਦੋਂ ਮਰਦਾਨੇ ਨੂੰ ਮਿਲਿਆ ਤੇ ਕਾਗਜ਼ ਦੇ ਟੁਕੜੇ ਦੇ ਉੱਤੇ ਜੀਣਾ ਸੱਚ ਹੈ, ਮਰਨਾ ਝੂਠ ਹੈ ਲਿਖ ਦਿੱਤਾ। ਤਾਂ ਇਹ ਸੱਚ ਵਾਲਾ ਪੱਤਰ ਗੁਰੂ ਨਾਨਕ ਸਾਹਿਬ ਜੀ ਦੀ ਨਜ਼ਰ ਦੇ ਵਿੱਚ ਪਿਆ ਤਾਂ ਸੱਚੇ ਪਾਤਸ਼ਾਹ ਨੇ ਮਰਦਾਨੇ ਨੂੰ ਕਿਹਾ ਕਿ ਇਸ ਮੁੰਡੇ ਨੂੰ ਮੇਰਾ ਮਿਲਣ ਨੂੰ ਦਿਲ ਕਰਦਾ, ਮੈਂ ਇਸ ਨੂੰ ਦੇਖਣਾ ਚਾਹੁੰਦਾ ਹਾਂ। ਮਰਦਾਨਿਆਂ ਜਾ ਕੇ ਲੈ ਕੇ ਆ। ਮੂਲਾ ਆ ਗਿਆ। ਉਦੋਂ ਬਾਅਦ ਗੁਰੂ ਨਾਨਕ ਦਾ ਬਣ ਗਿਆ। ਜੇ ਕਿਤੇ ਜਾਣਾ ਦੂਰ ਨੇੜੇ ਤਾਂ ਮੂਲਾ ਨਾਲ ਹੁੰਦਾ। ਵਿਆਹਿਆ ਬਰਿਆ ਹੋਇਆ ਲੋਭੀ ਮਾਂ ਪਿਓ ਦਾ ਬੱਚਾ ਵਪਾਰ ਤੋਂ ਦੂਰ ਰਹਿਣ ਲੱਗ ਪਿਆ ਤਾਂ ਮਾਂ ਪਿਓ ਨੂੰ ਚਿੰਤਾ ਹੋ ਗਈ, ਪਰਿਵਾਰ ਨੂੰ ਵੀ ਚਿੰਤਾ ਹੋ ਗਈ ਕਿ ਸਾਧੂਆਂ ਦੇ ਨਾਲ ਜਾ ਕੇ ਘਰ ਛੱਡ ਨਾ ਦੇਵੇ ਮੂਲਾ। ਘਰਦਿਆਂ ਨੂੰ ਇਹ ਨਹੀਂ ਸੀ ਪਤਾ ਕਿ ਮੂਲਾ ਹਮੇਸ਼ਾ ਦੇ ਲਈ ਮੂਲ ਬਣ ਗਿਆ, ਅਮਰ ਹੋ ਗਿਆ। ਜਦੋਂ ਗੁਰੂ ਨਾਨਕ ਸਾਹਿਬ ਨੇ ਸੁਨੇਹਾ ਭੇਜਿਆ, ਜਾਂ ਮਰਦਾਨਿਆਂ ਭੱਜ ਕੇ ਮੂਲੇ ਨੂੰ ਲੈ ਆ, ਚੱਲਣਾ ਆਪਾਂ ਜਾਣਾ। ਮਰਦਾਨਾ ਗਿਆ ਤਾਂ ਘਰਦਿਆਂ ਨੇ ਪਹਿਲਾਂ ਤਿਆਰੀ ਕੀਤੀ ਮੁਤਾਬਕ ਮੂਲੇ ਨੂੰ ਲੁਕੋ ਦਿੱਤਾ, ਸਮਝਾ ਦਿੱਤਾ। ਭੋਲਾ ਮਗਰ ਲੱਗ ਗਿਆ। ਗੁਰੂ ਨੂੰ ਛੱਡ ਕੇ ਘਰਦਿਆਂ ਦਾ ਬਣ ਗਿਆ, ਬਗਾਨਿਆਂ ਦਾ ਬਣ ਗਿਆ। ਆਪਣੇ ਨੂੰ ਛੱਡ ਕੇ, ਨਾਨਕ ਨੂੰ ਛੱਡ ਕੇ ਦੁਨੀਆ ਦਾ ਬਣ ਗਿਆ।
ਮਰਦਾਨੇ ਨੇ ਪੁੱਛਿਆ ਮੂਲਾ ਕਿੱਥੇ ਹੈ? ਗੁਰੂ ਨਾਨਕ ਸਾਹਿਬ ਨੇ ਯਾਦ ਕੀਤਾ, ਜਾਣਾ ਕਾਲੀ ਵਿੱਚ ਹਨ। ਤਾਂ ਪਤਨੀ ਨੇ ਕਿਹਾ ਮੂਲਾ ਚਲੇ ਗਿਆ, ਹੱਥ ਮਾਰ ਦਿੱਤਾ। ਕਿੱਥੇ ਚਲਾ ਗਿਆ? ਮਰਦਾਨਾ ਗੁਣ ਗਣਾਉਂਦਾ ਹੋਇਆ ਸੱਚੇ ਪਾਤਸ਼ਾਹ ਦੇ ਕੋਲ ਆ ਗਿਆ। ਸੱਚੇ ਪਾਤਸ਼ਾਹ ਮੂਲਾ ਨਹੀਂ ਮਿਲਿਆ, ਚਲੇ ਗਿਆ। ਮਰਦਾਨਿਆ ਕਿੱਥੇ ਗਿਆ? ਪਤਾ ਨਹੀਂ ਜੀ, ਪਤਨੀ ਨੇ ਹੱਥ ਮਾਰ ਦਿੱਤਾ, ਚਲੇ ਗਿਆ। ਸੱਚੇ ਪਾਤਸ਼ਾਹ ਮੁਸਕਰਾਏ। ਥੋੜ੍ਹੀ ਦੇਰ ਬਾਅਦ ਪਿੰਡ ਦੇ ਕੁਝ ਲੋਕ ਆ ਗਏ ਕਿ ਮੂਲਾ ਮਰ ਗਿਆ, ਸੱਪ ਲੜ ਗਿਆ, ਮੂਲਾ ਨਹੀਂ ਰਿਹਾ ਇਸ ਦੁਨੀਆ ਦੇ ਵਿੱਚ। ਮੂਲੇ ਨੇ ਆਪਣੀ ਲਿਖੀ ਹੋਈ ਦਾਸਤਾਨ ਝੂਠੀ ਕਰ ਦਿੱਤੀ। ਮਰਨਾ ਸੱਚ ਹੈ, ਜੀਣਾ ਝੂਠ ਹੈ। ਗੁਰੂ ਨਾਨਕ ਦੇ ਸੱਚ ਨੂੰ ਝੂਠ ਦੇ ਵਿੱਚ ਲਵੇੜ ਦਿੱਤਾ। ਕਿੰਨਾ ਸਮਾਂ ਲੱਗਿਆ ਮੂਲੇ ਨੂੰ ਮੁੜ ਕੇ ਗੁਰੂ ਦੇ ਚਰਨਾਂ ਦੀ ਖੁਸ਼ੀ ਪ੍ਰਾਪਤ ਕਰਨ ਨੂੰ। ਖੁੰਝ ਗਿਆ, ਝੂਠ ਦੇ ਪਿੱਛੇ ਲੱਗ ਤੁਰਿਆ, ਆਪਣੇ ਕਹੇ ਹੋਏ ਸੱਚ ਨੂੰ ਵੀ ਨਿਭਾ ਨਾ ਸਕਿਆ। ਭਾਗਾਂ ਵਾਲਿਆਂ ਨੂੰ ਸਾਥ ਪ੍ਰਾਪਤ ਹੁੰਦਾ ਗੁਰੂ ਦਾ, ਮੂਲੇ ਨੂੰ ਵਿਸਰ ਗਿਆ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਜਿਹਦੇ ਦਿਲ ਦੇ ਵਿੱਚ ਪ੍ਰਤੀਤ ਆ ਗਈ, ਉਹਨੂੰ ਹੋਰ ਕੁਝ ਨਹੀਂ ਸੋਚਦਾ। ਇੱਕੋ ਹੀ ਉਹਦੇ ਨਾਂ ਦੇ ਵਿੱਚ ਵਸਦਾ ਹੈ ਹਮੇਸ਼ਾ ਦੇ ਲਈ। ਉਹਨੂੰ ਅਕਲ ਆ ਗਈ ਹੈ, ਭਰੋਸਾ ਵੱਜ ਗਿਆ ਹੈ। ਫਿਰ ਉਹਨੂੰ 3 ਲੋਕਾਂ ਦੇ ਵਿੱਚ ਸਲਾਹਿਆ ਜਾਂਦਾ ਹੈ। ਉਹਦੀ ਜੈ ਜੈਕਾਰ ਹੁੰਦੀ ਹੈ। ਇਸ ਤਰ੍ਹਾਂ ਦੀ ਦੁਨੀਆ ਵਾਲੀ ਜੈ ਜੈਕਾਰ ਨਹੀਂ, ਉਹ ਤਾਰਨ ਵਾਲੀ ਜੈ ਜੈਕਾਰ ਹੈ। ਇਹ ਡੋਬਣ ਵਾਲੀ ਜੈ ਜੈਕਾਰ ਹੈ। ਇਸ ਧਰਤੀ ਉੱਤੇ ਜਦੋਂ ਕਿਸੇ ਦੀ ਜੈ ਜੈਕਾਰ ਹੁੰਦੀ ਹੈ ਤਾਂ ਅਕਸਰ ਵਿਨਾਸ਼ ਨੇੜੇ ਹੁੰਦਾ ਹੈ। ਜੈ ਜੈਕਾਰ ਇੱਕ ਸੁਨੇਹਾ ਹੁੰਦਾ ਹੈ ਕਿ ਅੰਤਮ ਸੀਨ ਹੀ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹੈ ਕਿ ਜਿਹੜੇ ਭਗਤ ਨੇ ਉਹਨਾਂ ਦੀ ਹਮੇਸ਼ਾ ਦੇ ਲਈ ਜੈ ਜੈਕਾਰ ਹੁੰਦੀ ਹੈ। 3 ਲੋਕਾਂ ਦੇ ਵਿੱਚ ਉਹਨਾਂ ਦੀ ਰਹਿਣੀ ਸਹਿਣੀ, ਉਹਨਾਂ ਦਾ ਜੀਵਨ ਜੀਣਾ, ਉਹਨਾਂ ਦਾ ਕੰਮ ਧੰਦਾ ਕਰਨਾ ਸਭ ਸੱਚ ਹੈ। ਉਹਨਾਂ ਦਾ ਮਨ ਵੀ ਸੱਚ ਹੈ ਅਤੇ ਮੁੱਖ ਵੀ ਸੱਚਾ ਹੈ, ਅਤੇ ਜਿਹੜਾ ਵਿੱਚੋਂ ਬੋਲਦੇ ਆ ਉਹ ਵੀ ਸੱਚਾ ਹੈ। ਜਿਹਦੇ ਵੱਲ ਦੇਖਦੇ ਹਨ ਉਹ ਵੀ ਸੱਚਾ, ਜਿਹੜਾ ਦੇਖਦੇ ਹਨ ਉਹ ਵੀ ਸੱਚਾ, ਅਤੇ ਉਹਨਾਂ ਦੀ ਨਜ਼ਰ ਵੀ ਸੱਚੀ ਭਗਤਾਂ ਦੀ। ਉਹਨਾਂ ਦਾ ਆਕਾਰ ਸਰੀਰ ਵੀ ਸੱਚਾ। ਸਰੀਰ ਦੇ ਵਿੱਚ ਸੱਚ ਹੀ ਸੱਚ ਵਸਦਾ ਹੈ। ਪਿਆਰਾ ਸੱਚ ਨੂੰ ਵਰਤਾਉਂਦਾ ਹੈ, ਸੱਚ ਨੂੰ ਫੈਲਾਉਂਦਾ ਹੈ, ਕਿਉਂਕਿ ਉਹਨੇ ਅਕਾਲ ਨੂੰ ਸੱਚ ਕਰਕੇ ਮੰਨ ਲਿਆ। ਅਕਾਲ ਨੇ ਮਿਹਰ ਕਰਕੇ ਉਹਨੂੰ ਆਪਣਾ ਬਣਾ ਲਿਆ। ਉਹਨੂੰ ਆਪਣਾ ਭੁੱਲ ਗਿਆ, ਇੱਕੋ ਹੀ ਯਾਦ ਆ ਗਿਆ, ਪ੍ਰੀਤਮ ਪਿਆਰਾ। 12 ਤੋਂ ਬਾਅਦ ਜਦੋਂ 13 ਦੀ ਗਿਣਤੀ ਆਈ ਤਾਂ ਗੁਰੂ ਨਾਨਕ ਸਾਹਿਬ ਨੇ 13 13 13 13 ਅੱਜ ਗੁਰੂ ਦੇ ਭਗਤ 12 ਤੱਕ ਗਿਣਨ ਤੋਂ ਬਾਅਦ ਜਦੋਂ 13 ਕਹਿੰਦੇ ਹਨ ਤਾਂ ਸੱਚਮੁੱਚ ਗੁਰੂ ਨਾਨਕ ਦਾ ਪਿਆਰ, ਸੱਚ ਦਾ ਪਿਆਰ ਠਾਠਾ ਮਾਰਦਾ ਹੈ। 13 13 13 ਮੇਰਾ ਵਿਸਰ ਗਿਆ, ਮੈਂ ਮੁੱਕ ਗਈ, 13 ਬਚ ਗਿਆ। ਸੱਚੇ ਪਾਤਸ਼ਾਹ ਆਪਣਾ ਬਣਾ ਲੈ।
ਮੇਰੇ ਤੋਂ ਕੀ ਲੈਣਾ। ਗੁਰੂ ਪਿਆਰਿਓ, ਅੱਜ ਇੰਨਾ ਹੀ। ਸੱਚੇ ਪਾਤਸ਼ਾਹ ਮਿਹਰ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।